वार 13वीं पौड़ी 21वीं। सौदा इकत हट है साहो सतगुर पूरा औगण लै गुण विकणै वचनै दा सूरा। वाहिगुरु जी का खालसा वाहिगुरु जी की फतेह। सौदा इकत हट है साहो सतगुर पूरा। ਭਾਈ ਗੁਰਦਾਸ ਜੀ ਹੁਣ ਉਹੀ ਪਿਛਲੀ ਗੱਲ ਨੂੰ ਲੈ ਕੇ ਜੋ ਪਿਛਲੀ ਪੌੜੀ ਵਿੱਚ ਬਿਜ਼ਨਸ ਦੀ ਆਪਾਂ ਨੂੰ ਪ੍ਰਿੰਸੀਪਲ ਸਮਝਾਏ ਹੁਣ ਅੱਗੇ ਲੈ ਕੇ ਜਾਂਦੇ ਨੇ। ਹੁਣ ਉਹ ਬਿਜ਼ਨਸ ਆਪਾਂ ਨੂੰ ਗੁਰੂ ਵਾਲਾ ਦੱਸਦੇ ਨੇ ਵੀ ਗੁਰੂ ਦਾ ਬਿਜ਼ਨਸ ਕੈਸਾ ਹੈ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਸੌਦਾ ਇਕਤ ਹਟ ਹੈ। ਦੇਖੋ ਸੌਦਾ ਇਕਤ ਹਟ ਹੈ, ਨਾਮ ਦਾ ਸੌਦਾ, ਨਾਮ ਦਾ ਵਣਜ ਇੱਕੋ ਹੀ ਜਿਹੜੇ ਹਨ ਸ਼ੌਪ ਇੱਕੇ ਹੀ ਜਿਹੜੇ ਹਨ ਦੁਕਾਨ ਤੋਂ ਆਪਾਂ ਨੂੰ ਮਿਲਣਾ ਹੈ ਉਹ ਗੁਰੂ ਹੈ। ਗੁਰੂ ਘਰ ਤੋਂ ਹੀ ਆਪਾਂ ਨੂੰ ਇਹ ਵੰਜ ਮਿਲਣਾ ਹੈ, ਨਾਮ ਜਿਹੜਾ ਹੈ ਉੱਥੋਂ ਹੀ ਮਿਲਣਾ ਹੈ। ਗੁਰੂ ਕੋਲ ਹੀ ਨਾਮ ਹੈ, ਹੋਰ ਕਿਸੇ ਕੋਲ ਨਾਮ ਹੈ ਨਹੀਂ। ਨਾਮ ਤੁਹਾਨੂੰ ਗੁਰੂ ਤੋਂ ਹੀ ਮਿਲਣਾ ਹੈ, ਇਸ ਕਰਕੇ ਉਹ ਇੱਕੇ ਸ਼ੌਪ ਹੈ। ਸਾਹੋ ਸਤਗੁਰ ਪੂਰਾ। ਤੇ ਸਾਹੋ ਵੇਚਣ ਵਾਲਾ ਕੌਣ ਆ? ਉਹ ਸਤਿਗੁਰੂ ਗੁਰੂ ਨਾਨਕ ਪੂਰਾ ਹੈ। ਗੁਰੂ ਨਾਨਕ ਉਹ ਸੌਦਾ ਨਾਮ ਦਾ ਤੁਹਾਨੂੰ ਵੇਚਦਾ ਹੈ। ਹੀ ਸੈਲਸ ਦਾ ਜਿਹੜਾ ਹਨ ਉਹ ਜਿਹੜਾ ਪ੍ਰੋਡਕਟ ਕੀ ਹੈ ਨਾਮ, ਤੁਹਾਨੂੰ ਨਾਮ ਵੇਚਦਾ ਹੈ। ਹੀ ਵਾਂਟ ਟੂ ਸੈਲ ਨਾਮ ਟੂ ਯੂ, ਬਟ ਵੈਨ ਦਿਸ ਇਜ਼ ਸੈਲ then you have to give something for him। मन बेचे सतगुरु के पास ना, भाई मन बेचना पैना है। you have to give your mind, then the guru gives you back name। परमात्मा ਦਾ ਨਾਮ ਤੁਹਾਨੂੰ ਦਿੰਦਾ ਹੈ। ਹਾਂਜੀ, ਸੋ ਇਸ ਕਰਕੇ ਕਹਿੰਦੇ ਸਾਹੋ ਸਤਗੁਰੂ ਪੂਰਾ। ਕਹਿੰਦੇ ਸਤਗੁਰੂ ਜਿਹੜਾ ਪੂਰਾ ਸਾਹੋ ਹੈ, ਹੀ ਇਜ਼ ਅ ਕੰਪਲੀਟ ਟ੍ਰੇਡਰ ਹੈ, ਹੀ ਇਜ਼ ਅ ਕੰਪਲੀਟ ਮਰਚੈਂਟ ਹੈ। ਉਹਦੇ ਵਰਗਾ ਮਰਚੈਂਟ ਤੁਹਾਨੂੰ ਕਿਤੇ ਨਹੀਂ ਮਿਲਣਾ ਜਿਹਦੇ ਉੱਤੇ ਤੁਸੀਂ ਟਰਸਟ ਕਰ ਸਕਦੇ ਹੋ। ਔਗਣ ਲੈ ਗੁਣ ਵਿਕਣੈ। ਓਕੇ, ਗੁਰੂ ਕੀ ਕਰਦਾ ਹੈ? ਤੁਹਾਤੋਂ ਕੀ ਲੈਂਦਾ ਹੈ? ਵਾਟ ਹੀ ਟੇਕਸ ਆਊਟ ਫਰਮ ਯੂ, ਹੀ ਸੇ ਔਗਣ ਵਾਈਸਸ। ਤੁਹਾਡੀਆਂ ਭੈੜੀਆਂ ਆਦਤਾਂ, ਭੈੜੀ ਸੋਚਣੀ, ਮਾੜੀ ਸੋਚਣੀ, ਜਿਹੜੀਆਂ ਹਨ ਨੈਗੇਟਿਵਿਟੀ ਜਿਹੜੀ ਤੁਹਾਡੇ ਅੰਦਰ ਹੈ ਉਹ ਗੁਰੂ ਨੇ ਲੈਣੀ ਹੈ। ਗੁਰੂ ਕੱਢੇਗਾ ਤੁਹਾਡੇ ਵਿੱਚੋਂ, ਤੁਹਾਨੂੰ ਕੀ ਦੇਵੇਗਾ? ਵਰਚੂਸ। ਹੀ ਗਿਵਸ ਯੂ ਬੈਕ ਵਰਚੂਸ। ਉਹ ਔਗਣ ਲੈ ਕੇ ਤੁਹਾਨੂੰ ਗੁਣ ਦਿੰਦਾ ਹੈ। ਹੈਵ ਯੂ ਐਵਰ ਸੀ ਨਾਓ ਰੀਸਾਈਕਲਿੰਗ ਬਿਜ਼ਨਸ ਜਿਹੜਾ ਹੈ ਨਾ, ਉਹ ਕੀ ਕਰਦੇ ਨੇ? ਤੁਹਾਡਾ ਰਬਿਸ਼ ਲੈ ਕੇ ਜਿਹੜਾ ਹਨ ਉਹ ਰੀਸਾਈਕਲ ਕਰਦੇ ਨੇ, ਰਾਈਟ? ਡੂ ਦੇ ਗਿਵ ਯੂ ਐਨੀਥਿੰਗ ਬੈਕ? ਯੂ ਗਿਵ them your rubbish, they recycle it, right? Most of the cases they don't give you anything because you put in the dustbin out of your house, they collect, they do whatever they want, you get nothing out of it, correct? ਇੱਕ ਹੋਰ ਸਿਚੁਏਸ਼ਨ ਲੈ ਲਓ, ਬਿਜ਼ਨਸ ਸਿਚੁਏਸ਼ਨ। ਤੁਸੀਂ ਦਿੰਦੇ ਹੋ, ਤੁਹਾਨੂੰ ਬਹੁਤ ਘੱਟ ਕੀਮਤ ਮਿਲਦੀ ਹੈ। ਮੇਬੀ the thing will cost you like $10, you're going to get only 5 cents back for your recycle material, right? ਇੰਨਾ ਛੋਟਾ ਉਹਦਾ ਕੁਆਂਟਮ ਹੋ ਜਾਂਦਾ। ਪਰ ਇੱਥੇ ਗੁਰੂ ਕੀ ਕਰਦਾ ਹੈ? ਗੁਰੂ ਤੁਹਾਡਾ ਰਬਿਸ਼ ਲੈਂਦਾ ਹੈ, ਤੁਹਾਡੇ ਔਗਣ ਲੈਂਦਾ ਹੈ, ਤੁਹਾਡੀਆਂ ਮਾੜੀ ਸੋਚਣੀ ਲੈਂਦਾ ਹੈ। ਉਹ ਸਾਰਾ ਨੈਗੇਟਿਵਿਟੀ ਤੁਹਾਡੇ ਵਿੱਚੋਂ ਕੱਢ ਕੇ ਤੁਹਾਨੂੰ ਦਿੰਦਾ ਕੀ ਹੈ? ਤੁਹਾਨੂੰ ਨਾਮ ਦਿੰਦਾ, ਡਾਇਮੰਡ ਦਿੰਦਾ, ਤੁਹਾਨੂੰ ਲਾਈਫ ਦਿੰਦਾ ਹੈ, ਤੁਹਾਨੂੰ ਬਹੁਤ ਕੁਝ ਤੁਹਾਨੂੰ ਵਾਪਸ ਦਿੰਦਾ ਹੈ। ਤੁਹਾਡੀਆਂ ਝੋਲੀਆਂ ਭਰਦਾ ਹੈ, ਤੁਹਾਡੀਆਂ ਜਿਹੜੀਆਂ ਹਨ ਮੰਗਾਂ ਪੂਰੀਆਂ ਕਰਦਾ ਹੈ। ਤੁਹਾਡਾ ਸੈਡਨੈਸ ਲੈ ਕੇ, ਤੁਹਾਡਾ ਵਰੀਨੈਸ ਲੈ ਕੇ, ਤੁਹਾਡੇ ਪੇਨਸ ਲੈ ਕੇ ਤੁਹਾਨੂੰ ਆਨੰਦ ਦਿੰਦਾ, ਤੁਹਾਨੂੰ ਖੁਸ਼ੀ ਦਿੰਦਾ ਹੈ। ਸੋ why are we forgetting that Guru who takes all your bad things and gives you good things, and we are running towards the world who takes all the good from you and give you the bad, correct? ਥਾਂ ਤੇ ਧੋਖੇ ਹੁੰਦੇ ਆ, ਰਾਈਟ? ਕਿਹੜਾ ਬਿਜ਼ਨਸ ਆ ਜਿਹੜਾ ਤੁਸੀਂ 1 ਮਿਲੀਅਨ ਦੋ ਤੋਂ ਬੰਦਾ ਜਿਹੜਾ ਬੈਠਾ ਤੁਹਾਨੂੰ 10 ਮਿਲੀਅਨ ਵਾਪਸ ਦੇਵੇ? ਕਿਹੜਾ ਬਿਜ਼ਨਸ ਆ? ਮੈਨੂੰ ਦੱਸੋ, ਮੈਂ ਵੀ ਕਰਨਾ ਹੈ। ਨਥਿੰਗ, ਕੋਈ ਵੀ ਨਹੀਂ ਦਿੰਦਾ। ਉਹ ਸਾਰਾ ਤੁਹਾਨੂੰ ਠੱਗਣ ਨੂੰ ਫਿਰਦੇ ਨੇ। ਆਪਾਂ ਉਹਨਾਂ ਵੱਲ ਭੱਜ ਕੇ ਜਾਂਦੇ ਹਾਂ ਜਿਹੜੇ ਗੁਰੂ ਤੁਹਾਡਾ ਔਗਣ ਲੈ ਕੇ ਵੀ ਤੁਹਾਨੂੰ ਗੁਣ ਦਿੰਦਾ ਹੈ, ਤੁਹਾਨੂੰ ਜਿਹੜਾ ਹਨ ਤੁਹਾਡੇ ਪੇਨਸ ਲੈ ਕੇ ਤੁਹਾਨੂੰ ਆਨੰਦ ਦਿੰਦਾ ਹੈ, ਖੁਸ਼ੀਆਂ ਦਿੰਦਾ ਹੈ। ਉਹਦੇ ਕੋਲ ਆਪਾਂ ਜਾਂਦੇ ਹੀ ਨਹੀਂ। ਹੁਣ ਦੇਖੋ ਨਾ, ਹਸਪੀਟਲਸ ਤੁਸੀਂ ਜਾਂਦੇ ਹੋ, ਪ੍ਰਾਈਵੇਟ ਹਸਪੀਟਲ ਹੋ ਗਏ। ਉਹ ਪ੍ਰਾਈਵੇਟ ਹਸਪੀਟਲ ਵਾਲਾ ਸੋਚਦਾ ਵਿਚਾਰਾ ਬੈਠਾ ਵੀ ਮੇਰਾ ਜਿਹੜਾ ਹੈ ਬਿਜ਼ਨਸ ਚੱਲਣਾ ਚਾਹੀਦਾ। ਅਲਟੀਮੇਟਲੀ ਇਟਸ ਐਨ ਹਸਪੀਟਲ, ਬਟ ਅਲਟੀਮੇਟਲੀ ਇਟਸ ਅ ਬਿਜ਼ਨਸ। ਉਹਨੇ ਵੀ ਆਪਣਾ ਹਸਪੀਟਲ ਚਲਾਉਣਾ, ਰਾਈਟ? ਇਟਸ ਨਾਟ ਗੋਇੰਗ ਟੂ ਟੈਲ ਯੂ ਆਰ ਟੋਟਲੀ ਓਕੇ ਨਾਓ ਯੂ ਗੋ ਬੈਕ। ਕੌਣ ਕਹੇਗਾ? ਉਹ ਕਹੂਗਾ ਹੁਣ ਆ ਗਿਆ ਬੰਦਾ, $100 ਤਾਂ $100 ਤਾਂ ਲੈ ਕੇ ਭੇਜੋ ਇਹਨੂੰ ਵਾਪਸ, ਕੁਛ ਤਾਂ ਮਿਲਣਾ ਚਾਹੀਦਾ ਨਾ, ਰਾਈਟ? ਸੋ ਇਹੀ ਗੱਲ ਹੈ ਨਾ। ਅਲਟੀਮੇਟਲੀ ਭਾਵੇਂ ਹਸਪੀਟਲ ਵੀ ਹੋਵੇ, ਸ਼ੋਨ ਐਜ਼ ਚੈਰਿਟੀ, ਸ਼ੋਨ ਐਜ਼ ਦਿਸ ਦੈਟ, ਪਰ ਉਹ ਵੀ ਠੱਗ ਲੈਂਦੇ ਨੇ।
ਪਰ ਗੁਰੂ ਆ ਇੱਕ ਜਿਹੜਾ ਤੁਹਾਡੇ ਸਾਰਾ ਹੀ ਮਾੜਾ ਲੈ ਕੇ ਫਿਰ ਵੀ ਤੁਹਾਨੂੰ ਚੰਗਾ ਦਿੰਦਾ ਹੈ। ਸੋ ਇਸ ਕਰਕੇ ਤੁਹਾਡੇ ਔਗਣ ਲੈ ਕੇ ਤੁਹਾਨੂੰ ਗੁਣ ਦਿੰਦਾ ਹੈ। ਤੇ ਫਿਰ ਵਚਨੈ ਦਾ ਹਾਂ, ਸੂਰਾ ਇਹ ਵੱਡੀ ਗੱਲ ਆ। ਕਹਿੰਦੇ ਬਚਨੇ ਕਾ ਸੂਰਾ, ਜੋ ਗੁਰੂ ਕਹਿੰਦਾ ਉਹ ਕਰਦਾ ਹੈ। He does not only speak, he does not only claim, he does not only warranty you, but he assures everything that he says. He makes it true for you. ਉਹ ਤੁਹਾਡੇ ਵਾਸਤੇ ਸੱਚ ਕਰਕੇ ਦਿੰਦਾ ਹੈ। ਉਹ ਸੂਰਾ ਹੈ, ਜੋ ਬੋਲਦਾ ਉਹ ਕਰਕੇ ਦਿਖਾਉਂਦਾ ਹੈ। ਉਹ ਫਿੱਕਾ ਨਹੀਂ ਬੋਲਦਾ। ਉਹ ਇਹ ਨਹੀਂ ਕਹਿੰਦਾ ਇਹ ਗੱਡੀ ਬਹੁਤ ਚੰਗੀ ਆ, ਤੁਸੀਂ ਲੈ ਜਾਓ, ਨੋ ਪ੍ਰੋਬਲਮ, 3 years 5 years ਨੋ ਪ੍ਰੋਬਲਮ। ਤੀਜੇ ਕੁ ਦਿਨ ਉਹਦਾ ਤੇਲ ਚੋਣ ਲੱਗ ਜਾਂਦਾ ਹੈ। ਫਿਰ ਕੀ ਕਰੋਗੇ ਤੁਸੀਂ? although you have spent a lot of money for a branded car, ਜੋ ਤੁਹਾਨੂੰ ਪ੍ਰੋਬਲਮ ਦੇ ਤੁਸੀਂ ਕੀ ਕਰ ਲਓਗੇ? and then what happens to you? You as a buyer become the beggar for that company. Hey, please help me now, do my car line, ਤੁਸੀਂ beggar ਬਣ ਜਾਂਦੇ ਹੋ ਨਾ। ਇਹੀ ਕੁਝ ਹੁੰਦਾ ਹੈ ਨਾ। ਆਪਾਂ ਜਿਹੜਾ ਹਾਂ ਪਿਛਲੇ ਹਫਤੇ ਵੀ ਵਿਚਾਰ ਕੀਤੀ ਸੀ ਨਾ, until the money is in your pocket, you are the master. Take out the money, give to somebody, you become the slave, he becomes the master. But here, ਗੁਰੂ ਸੂਰਮਾ ਹੈ। ਗੁਰੂ ਜੋ ਕਹਿੰਦਾ ਕਰਦਾ ਹੈ। ਜੋ ਤੁਸੀਂ ਉਹਨਾਂ ਨੂੰ ਆਪਣਾ ਮਨ ਦਿਓਗੇ ਤੁਹਾਨੂੰ ਰੱਬ ਬਣਾਉਂਦਾ ਹੈ ਗੁਰੂ। ਗੁਰੂ ਮੇਕਸ ਯੂ ਗੋਡ। ਉਹ ਕਹਿੰਦਾ ਤੁਹਾਨੂੰ ਰੱਬ ਬਣਾਉਂਦਾ ਹੈ ਵੀ ਆਹ ਮਨ ਦੇ, ਮੈਂ ਤੁਹਾਨੂੰ ਰੱਬ ਬਣਾਉਂਦਾ ਹੈ। ਦੇਖੋ ਕਿੰਨਾ ਸੋਹਣਾ ਜਿਹੜਾ ਹੈ ਬਿਜ਼ਨਸ ਹੈ। ਇਹ ਡੀਲ ਤੁਹਾਨੂੰ ਕਿਤੇ ਮਿਲੇਗੀ? ਕਿਤੇ ਨਹੀਂ ਮਿਲਣੀ ਇਹ ਡੀਲ। ਸੋ ਉਹ ਭਾਈ ਗੁਰਦਾਸ ਜੀ ਸਮਝਾਉਂਦੇ ਹਨ, ਸਫਲ ਕਰੈ ਸਿਮਲ ਬਿਰਖ। ਸੋ ਹੁਣ ਸਫਲ ਕਰੇ, ਕਹਿੰਦੇ ਜਿਹੜਾ ਸਿਮਲ ਰੁੱਖ ਆ ਨਾ, ਜਿਹਨੂੰ ਆਪਾਂ ਸਿਲਕ ਕਾਟਨ ਜਿਹੜਾ ਹਨ ਟਰੀ ਕਹਿੰਦੇ ਹਾਂ, ਸਿਲਕ ਕਾਟਨ ਟਰੀ ਜਿਹੜਾ ਹਨ, ਜਿਹਨੂੰ ਆਪਾਂ ਜਿਹੜਾ ਸਿਮਲ ਰੁੱਖ ਸਰਾਇਰਾ ਅਧ ਦੀਰਘ ਅਧ ਮੁੱਚ, ਹਾਂਜੀ। ਸੋ ਉਹ ਜਿਹੜਾ ਆਪਾਂ ਜਿਹੜਾ ਸਾਰਾ ਹੀ ਪੌੜੀ ਵਿੱਚ ਆਉਂਦਾ। ਮਹਾਰਾਜ ਨੇ ਸਮਝਾਇਆ, ਕਹਿੰਦੇ ਇਹਨੂੰ ਕੋਈ ਫਲ ਨਹੀਂ ਲੱਗਦਾ। ਫਲ ਜਾਂ ਬੱਕ ਬੁੱਕੇ ਫਲ ਲੱਗਦੇ ਨੇ। ਕੀ ਆ ਉਹ ਫਲ ਲੱਗਦਾ ਹੈ? ਉਹ ਕਾਟਨ ਉੱਡ ਜਾਂਦਾ ਹੈ, ਸਾਰੇ ਕਿਤੇ ਗੰਦ ਪਾਉਂਦਾ ਹੈ, ਉਹ ਕਿਸੇ ਦੇ ਕੰਮ ਨਹੀਂ ਆਉਂਦਾ। ਸੋ ਕਹਿੰਦੇ ਇਹ ਜਿਹੜਾ ਸਿਮਲ ਰੁੱਖ ਆ, ਇਹਦਾ ਕੋਈ ਜਿਹੜਾ ਹੈ ਛਾਂ ਵੀ ਬਹੁਤੀ ਹੈ ਨਹੀਂ, ਇਹਦੇ ਜਿਹੜਾ ਹਨ ਇਹਦੀ ਲੱਕੜ ਵੀ ਬਹੁਤੀ ਜਿਹੜੀ ਕੰਮ ਨਹੀਂ ਆਉਂਦੀ, ਇਹਦੇ ਪੱਤੇ ਵੀ ਬਹੁਤੇ ਕੰਮ ਨਹੀਂ ਆਉਂਦੇ, ਫੁੱਲ ਜਿਹੜੇ ਫਲ ਉਹ ਵੀ ਨਹੀਂ ਕੰਮ ਆਉਂਦੇ ਬਹੁਤੇ। ਕਹਿੰਦੇ ਉਹ ਫਲ ਹੈ, ਉਹਨੂੰ ਫਲ ਕਹਿੰਦੇ ਹਾਂ ਵੀ ਇਹ ਫਰੂਟ ਵਾਲਾ ਦਰਖਤ ਨਹੀਂ ਹੈ। ਕਹਿੰਦੇ ਪਰ ਜੇ ਤੁਸੀਂ ਗੁਰੂ ਦੇ ਦੁਕਾਨ ਤੇ ਜਾਓਗੇ ਨਾ, ਗੁਰੂ ਕੋਲ ਜਾਓਗੇ, ਕਹਿੰਦੇ ਗੁਰੂ ਉਹੋ ਜਿਹਾ ਜਿਹੜਾ ਜੀਵਨ ਹੋਵੇ ਨਾ, ਜਿਹੜੇ ਬੰਦੇ ਯੂਸਲੈਸ ਹੋਣ, ਜਿਹੜੇ ਕਿਸੇ ਦੇ ਕੰਮ ਨਹੀਂ ਆਉਂਦੇ, ਜਿਹੜੇ ਆਪਣਾ ਵੀ ਕੰਮ ਨਾ ਕਰ ਸਕਣ, ਉਹਨਾਂ ਨੇ ਦੂਜੇ ਦਾ ਕੰਮ ਕੀ ਕਰਨਾ ਹੈ? ਕਹਿੰਦੇ ਉਹੋ ਜਿਹਿਆਂ ਨੂੰ ਵੀ ਗੁਰੂ ਮਹਾਰਾਜ ਸੇਵਾ ਵਿੱਚ ਲਾ ਕੇ ਨਾ ਪਰ ਉਪਕਾਰੀ ਬਣਾ ਦਿੰਦੇ ਆ। ਉਹਨਾਂ ਨੂੰ ਦੂਜਿਆਂ ਦੀ ਸੇਵਾ ਵਿੱਚ ਲਾ ਦਿੰਦੇ ਨੇ, ਉਹਦੇ ਜੀਵਨ ਵਿੱਚ ਫਲ ਲੱਗ ਜਾਂਦੇ ਨੇ ਸੇਵਾ ਦੇ। ਸੋ ਇਸ ਪ੍ਰਕਾਰ ਕਰਕੇ ਫਿਰ ਉਹ ਦੂਜਾ ਐਗਜ਼ਾਮਪਲ ਦਿੰਦੇ ਹਨ, ਸੋ ਵਰਨ ਮਨੂਰਾ। ਹੁਣ ਲੈਟ ਜਿਹੜੀ ਹੁੰਦੀ ਆ ਨਾ, ਹੁਣ ਲੈਟ ਕੀ ਹੈ? ਕਹਿੰਦੇ ਜਾਂ ਆਪਾਂ ਉਹਨੂੰ ਕਹਿ ਲਈਏ ਮਨੂਰ ਹੁੰਦਾ ਹੈ ਜਿਹੜਾ ਡਰਟ ਹੁੰਦਾ ਹੈ। ਜਦੋਂ ਲੋਹਾ ਸਾੜੀਦਾ ਉਹਦੇ ਵਿੱਚੋਂ ਡਰਟ ਆਉਂਦਾ ਹੈ, ਇਨਪਿਊਰਿਟੀਜ਼ ਜਿਹੜੇ ਹੁੰਦੇ ਨੇ ਉਹ ਆਉਂਦੇ ਨੇ। ਸੋ ਕਹਿੰਦੇ ਉਹਨੂੰ ਕਹਿੰਦੇ ਹਨ ਵੀ ਮਨੂਰ। ਕਹਿੰਦੇ ਗੁਰੂ ਐਸਾ ਹੈ, ਉਹ ਮਨੂਰ ਤੋਂ ਵੀ ਤੁਹਾਨੂੰ ਸੋਨਾ ਬਣਾ ਕੇ ਦੇਵੇਗਾ, ਉਹ ਮਨੂਰ ਦਾ ਵੀ ਸੋਹਣਾ ਬਣੇਗਾ, ਤੁਹਾਡੇ ਔਗਣਾਂ ਵੀ ਨੂੰ ਵੀ ਗੁੱਡ ਬਣਾ ਕੇ ਦੇਵੇਗਾ। ਤੁਹਾਡੇ ਭਾਵੇਂ ਔਗਣ ਹੋਣ, ਉਹ ਔਗਣਾਂ ਤੋਂ ਵੀ ਗੁਰੂ ਬਣਾ। ਜਿਵੇਂ ਜਿਹੜਾ ਹਨ ਭੂਮੀਆ ਚੋਰ ਦੀ ਸਟੋਰੀ ਹੁੰਦੀ ਹੈ ਨਾ, ਕਿਵੇਂ ਉਹ ਚੋਰ ਸੀਗਾ ਪਰ ਚੋਰ ਤੋਂ ਮਹਾਰਾਜ ਨੇ ਸੰਤ ਕਿਵੇਂ ਬਣਾ ਦਿੱਤਾ। ਹਾਂਜੀ, ਸੱਜਣ ਸੀਗਾ, ਠੱਗ ਸੀਗਾ, ਮਹਾਰਾਜ ਉਹਨੂੰ ਤਬਦੀਲ ਕਰਕੇ ਮਹਾਰਾਜ ਨੇ ਸੱਚਮੁੱਚ ਜਿਹੜਾ ਹਨ ਬਣਾ ਦਿੱਤਾ ਸੰਤ। ਕਿਵੇਂ ਦੇਖੋ ਮਹਾਰਾਜ ਟਰਾਂਸਫਾਰਮ ਕਰਦੇ ਨੇ। ਕੌਡੇ ਨੂੰ ਕਿਵੇਂ ਮਹਾਰਾਜ ਨੇ ਟਰਾਂਸਫਾਰਮ ਕੀਤਾ, ਕਿਵੇਂ ਮਹਾਰਾਜ ਉਹਨੂੰ ਸੇਵਾ ਵਿੱਚ ਲਾਇਆ। ਸੋ ਕਹਿੰਦੇ ਗੁਰੂ ਮਹਾਰਾਜ ਐਸੇ ਨੇ। ਵਾਸ ਸੋ ਵਾਸ ਨਿਵਾਸ ਕਰ। ਦੇਖੋ ਕਈਆਂ ਦੇ ਜੀਵਨ ਖੋਖਲੇ ਨੇ, ਖੋਖਲਾ ਜੀਵਨ ਹੁੰਦਾ ਹੈ। ਇੱਥੇ ਬੈਂਬੂ ਦੱਸਿਆ ਹੈ। ਖੋਖਲਾ ਜੀਵਨ ਮੀਨਸ ਇਟ ਲੁਕਸ ਨਾਈਸ ਫਰੋਮ ਦ ਆਊਟਸਾਈਡ, ਪਰ ਅੰਦਰੋਂ ਖਾਲੀ। ਉਹਨੂੰ ਬੈਂਬੂ ਦਾ ਆਪਾਂ ਕਹਿੰਦੇ। ਫਿਰ ਬੈਂਬੂ ਦੇ ਵਿੱਚ ਗੰਢਾਂ ਹੁੰਦੀਆਂ ਨੇ, ਕਹਿੰਦੇ ਹੰਕਾਰ ਦੀਆਂ ਗੰਢਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ, ਭਾਵੇਂ ਹੁੰਦੇ ਨੇ ਖਾਲੀ, ਪਰ ਜੇ ਤੁਸੀਂ ਉਹਨਾਂ ਨੂੰ ਕੁਝ ਕਹੋ ਨਾ ਫਿਰ ਬੜਾ ਹੰਕਾਰ ਕਰਦੇ ਨੇ। ਹਾਊ ਕੈਨ ਯੂ ਸੇ ਦਿਸ ਟੂ ਮੀ, ਆਈ ਐਮ ਦਿਸ, ਆਈ ਐਮ ਦੈਟ, ਸੋ ਇਹ ਜਿਹੜੇ ਬੰਦੇ ਹੁੰਦੇ ਨੇ ਇਹ ਖੋਖਲੇ ਹੁੰਦੇ ਨੇ। ਇੱਥੇ ਮਹਾਰਾਜ ਜੀ ਕਹਿੰਦੇ ਵਾਸ, ਕਹਿੰਦੇ ਉਹਨਾਂ ਨੂੰ ਭਗਤੀ ਦੀ ਵਾਸ਼ਨਾ ਉਹ ਐਬਜ਼ੌਰਬ ਨਹੀਂ ਕਰਦਾ। ਬਾਕੀ ਸਾਰੇ ਦਰਖਤ ਜਿਹੜੇ ਹਨ ਫ੍ਰੈਗਨੈਂਸ ਨੂੰ ਐਬਜ਼ੌਰਬ ਕਰਦੇ ਨੇ। ਇੱਕ ਬੈਂਬੂ ਹੈ ਜਿਹੜਾ ਨਹੀਂ ਐਬਜ਼ੌਰਬ ਕਰਦਾ, ਉਹ ਕਿਸੇ ਦੇ ਗੁਣ ਦੇਖ ਕੇ ਉਹ ਗੁਣਾਂ ਨੂੰ ਧਾਰਨ ਨਹੀਂ ਕਰਦਾ। ਕਹਿੰਦੇ ਉਹ ਬੰਦੇ ਜਿਹੜੇ ਹੁੰਦੇ ਨਾ ਉਹ ਖੋਖਲੇ ਹੁੰਦੇ ਨੇ, ਉਹ ਕਿਸੇ ਦੇ ਗੁਣ ਦੇਖ ਕੇ ਧਾਰਨ ਕਰਦੇ ਸੜਦੇ ਰਹਿੰਦੇ ਨੇ ਵੀ ਇਹਦੇ 'ਚ ਇਹ ਗੁਣ ਕਿਉਂ ਆ ਗਿਆ, ਇਹ ਗੁਣ ਕਿਉਂ ਆ ਗਿਆ, ਇਹ ਮੇਤੋਂ ਚੰਗਾ ਕਿਉਂ ਹੋ ਗਿਆ। ਉਹੋ ਜਿਹੇ ਬੰਦਿਆਂ ਨੂੰ ਮਹਾਰਾਜ ਜੀ ਕਹਿੰਦੇ ਨਿਵਾਸ ਕਰ। ਉਹਨਾਂ ਦੇ ਵਿੱਚ ਆਪ ਨਿਵਾਸ ਕਰਦੇ ਨੇ, ਉਹਨਾਂ ਨੂੰ ਭਗਤੀ ਦੀ ਖੁਸ਼ਬੂ ਦਿੰਦੇ ਨੇ। ਜਿਵੇਂ ਮੁਲਤਾਨ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਗਏ, ਉਹਨਾਂ ਨੇ ਕਿਹਾ ਕਟੋਰਾ ਭਰ ਕੇ ਲਿਆਂਦਾ। ਮਹਾਰਾਜ ਨੂੰ ਕਹਿੰਦੇ ਤੁਸੀਂ ਇੱਥੋਂ ਹੀ ਚਲੇ ਜਾਓ। ਉਹਨਾਂ ਨੇ ਕਟੋਰਾ ਦੁੱਧ ਦਾ ਭਰ ਕੇ ਲਿਆਂਦਾ। ਕਹਿੰਦੇ ਉਹਨਾਂ ਨੇ ਮਹਾਰਾਜ ਨੂੰ ਇੱਕ ਜਿਹੜਾ ਹਨ ਹਿਡਨ ਮੈਸੇਜ ਦਿੱਤੀ ਵੀ ਮੁਲਤਾਨ ਦੇ ਵਿੱਚ ਬਹੁਤ ਪੀਰ ਨੇ,
ਤੁਹਾਡੀ ਕੋਈ ਲੋੜ ਨਹੀਂ, ਵੀ ਡੋਂਟ ਨੀਡ ਯੂ ਹੇਅਰ। ਉਹਨਾਂ ਨੇ ਇਹ ਗੱਲ ਦੱਸੀ, ਉਹਨਾਂ ਨੇ ਕਟੋਰਾ ਦੁੱਧ ਦਾ ਭਰ ਕੇ ਲਿਆਂਦਾ। ਜਿਹੜਾ ਹਨ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਬੜਾ ਚੰਗਾ ਹੋਇਆ, ਬੰਦੇ ਬੜੇ ਚੰਗੇ ਆ, ਪਹਿਲਾਂ ਹੀ ਦੁੱਧ ਲਿਆ ਕੇ ਦੇ ਦਿੱਤਾ। ਕਹਿੰਦੇ ਮਹਾਰਾਜ ਕਹਿੰਦੇ ਨਹੀਂ, ਤਾਂ ਮੈਸੇਜ ਆਇਆ ਹੈ। ਮਹਾਰਾਜ ਨੇ ਚਮੇਲੀ ਦਾ ਫੁੱਲ ਉੱਤੇ ਰੱਖ ਦਿੱਤਾ। ਸੋ ਚਮੇਲੀ ਦਾ ਫੁੱਲ ਰੱਖਣ ਦੇ ਨਾਲ ਉਹ ਦੁੱਧ ਤਾਂ ਡੁੱਲਿਆ ਨਹੀਂ, ਸਪਿਲ ਨਹੀਂ ਹੋਇਆ, ਬਿਕਾਜ਼ ਲਾਈਟ ਵਨ, ਤੇ ਚਮੇਲੀ ਨੇ ਆਪਣੀ ਖੁਸ਼ਬੂ ਦੇ ਦਿੱਤੀ। ਮਹਾਰਾਜ ਕਹਿੰਦੇ ਵੀ ਮੈਂ ਤੁਹਾਡਾ ਥਾਂ ਲੈਣ ਵਾਸਤੇ ਨਹੀਂ ਆਇਆ, ਆਈ ਐਮ ਹੀਅਰ ਟੂ ਗਿਵ ਯੂ ਦ ਫ੍ਰੈਗਨੈਂਸ ਆਫ ਭਗਤੀ। ਮੈਂ ਤੁਹਾਨੂੰ ਭਗਤੀ ਦੀ ਵਾਸ਼ਨਾ ਦੇਣ ਵਾਸਤੇ ਆਇਆ, ਮੈਂ ਤੁਹਾਡਾ ਥਾਂ ਲੈਣ ਵਾਸਤੇ ਨਹੀਂ ਆਇਆ। ਸੋ ਇਹ ਖੋਖਲਿਆਂ ਨੂੰ, ਜਿਹੜੇ ਹੰਕਾਰੀ ਹੁੰਦੇ ਨੇ, ਜਿਵੇਂ ਮਹਾਰਾਜ ਮੱਕੇ ਗਏ, ਮਦੀਨੇ ਗਏ, ਉਹ ਬਹੁਤ ਹੰਕਾਰੀ ਉੱਥੇ ਬੈਠੇ ਸੀਗੇ। ਮਹਾਰਾਜ ਨੇ ਦੇਖੋ ਆਪਣੇ ਚਰਨਾਂ ਨਾਲ ਕਾਬਾ ਕਾਬਾ ਘੁਮਾ ਕੇ, ਤੇ ਜਿਹੜਾ ਹੁਣ ਮਦੀਨੇ ਗਏ, ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ ਉਹਨੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ, ਉਹਨਾਂ ਦਾ ਹੰਕਾਰ ਟੁੱਟ ਗਿਆ। ਉਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿੱਖ ਬਣ ਗਏ। ਮਹਾਰਾਜ ਹਰਿਦੁਆਰ ਜਾਂਦੇ ਨੇ, ਉੱਥੇ ਕਿੰਨਾ ਹੰਕਾਰ ਕਰਦੇ ਨੇ, ਮਹਾਰਾਜ ਦੂਜੇ ਪਾਸੇ ਨੂੰ ਖੜ ਕੇ ਜਿਹੜਾ ਕਰ ਦਿੰਦੇ। ਸੋ ਕਿੰਨਾ ਉਪਦੇਸ਼ ਮਹਾਰਾਜ ਨੇ ਦਿੱਤਾ, ਕਿੰਨਿਆਂ ਹੰਕਾਰੀਆਂ ਨੂੰ, ਖਾਲੀਆਂ ਨੂੰ ਮਹਾਰਾਜ ਨੇ ਭਰਿਆ, ਉਹਨਾਂ ਦੇ ਅੰਦਰ ਜੀਵਨ ਪਾਇਆ, ਉਹਨਾਂ ਦੇ ਵਿੱਚ ਹਿਪੋਕ੍ਰੀਸੀ ਨੂੰ ਕੱਢਿਆ। ਫਿਰ ਕਾਉ ਹੰਸ ਨਾ ਊਰਾ। ਹਾਂ ਦੇਖੋ, ਕਾਉ ਹੰਸ ਨਾ ਊਰਾ। ਮਹਾਰਾਜ ਇੱਕ ਕਾਂ, ਕਾਂ ਜਿਹੜੇ ਹੁੰਦੇ ਨੇ ਉਹਨਾਂ ਨੂੰ ਹੰਸ ਬਣਾ ਦਿੰਦੇ ਨੇ, ਉਹਨਾਂ ਨੂੰ ਸਵਨ ਬਣਾ ਦਿੰਦੇ ਨੇ। ਹੁਣ ਕਾਂ ਜਿਹੜੇ ਨੇ ਉਹ ਗੰਦਗੀ ਖਾਂਦੇ ਨੇ, ਉਹਨਾਂ ਦਾ ਬੋਲ ਵੀ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ। ਮਹਾਰਾਜ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਵਿੱਚ ਗਏ, ਉੱਥੇ ਸਰਾਧ ਹੋ ਰਿਹਾ ਸੀਗਾ। ਇੱਕ ਬੰਦਾ ਆਪਣੇ ਮਾਤਾ ਪਿਤਾ ਦਾ, ਜਿਵੇਂ ਆਪਾਂ ਬਰਸੀ ਕਹਿੰਦੇ, ਉਹ ਸਰਾਧ ਕਰ ਰਿਹਾ ਸੀਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਦੇ ਘਰ ਗਏ, ਕਹਿੰਦੇ ਤੂੰ ਭਾਈ ਸਰਾਧ ਕਰ ਰਿਹਾ, ਕੀ ਗੱਲ ਹੈ? ਤੇ ਉੱਥੇ ਚਲੇ ਗਏ। ਉਹ ਕਹਿੰਦਾ ਵੀ ਮੈਂ ਆਪਣੇ ਮਾਂ-ਬਾਪ ਦਾ ਸਰਾਧ ਕਰਦਾ। ਤੇ ਫਿਰ ਮਹਾਰਾਜ ਨਾਲ ਗੱਲਾਂ ਬਾਤਾਂ ਕਰਦਿਆਂ ਹੋਇਆਂ ਉਹਨੇ ਇੱਕ ਸਵਾਲ ਕੀਤਾ, ਕਿਉਂਕਿ ਬੰਦਾ ਜਿਹੜਾ ਸੀ ਨਾ ਬੜਾ ਜਿਹੜਾ ਸੇਵਾ ਭਾਵਨਾ ਵਾਲਾ ਸੀ। ਇਹ ਜਿਹੜਾ ਜੋ ਵੀ ਕੋਈ ਆਉਂਦਾ ਸੀ ਉਹਦੀ ਸੇਵਾ ਕਰਿਆ ਕਰਦਾ ਸੀ। ਤੇ ਸੇਵਾ ਕਰਕੇ ਉਹਨੇ ਇੱਕ ਹੀ ਸਵਾਲ ਪੁੱਛਿਆ ਕਰਦਾ ਸੀ, ਕਹਿੰਦੇ ਸੰਤ ਦੇ ਦਰਸ਼ਨ ਦਾ ਕੀ ਫਲ ਹੈ? ਵਾਟ ਡੂ ਯੂ ਗੈਟ ਬਾਈ ਮੀਟਿੰਗ ਅ ਸੇਂਟ, ਬਾਈ ਹੈਵਿੰਗ ਅ ਗਲਿੰਪਸ ਆਫ ਅ ਸੇਂਟ, ਵਾਟ ਡੂ ਯੂ ਗੈਟ ਇਨ ਰਿਟਰਨ? ਕਹਿੰਦਾ ਇਹ ਮੈਂ ਜੌਬ ਲੈਣਾ, ਪਰ ਬਹੁਤ ਸੰਤ ਆਏ, ਬਹੁਤਿਆਂ ਦੀ ਮੈਂ ਸੇਵਾ ਕੀਤੀ, ਆਈ ਡਿਡਨਟ ਗੈਟ ਮਾਈ ਆਨਸਰ, ਸੈਟਿਸਫਾਈਂਗ ਆਨਸਰ ਮੈਨੂੰ ਨਹੀਂ ਮਿਲਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨੂੰ ਕਹਿੰਦੇ ਤੂੰ ਆਏਂ ਕਰ, ਤੇਰਾ ਆਨਸਰ ਤੈਨੂੰ ਆਪੇ ਮਿਲੇਗਾ। ਕਹਿੰਦੇ ਹੁਣ ਤੂੰ ਇਸ ਤਰ੍ਹਾਂ ਕਰੀ, ਸਵੇਰੇ ਉੱਠ ਕੇ ਮਹਾਰਾਜ ਜੀ ਸ਼ੋਡ ਦ ਡਾਇਰੈਕਸ਼ਨ, ਕਿਸੇ ਇੱਥੇ ਇੱਕ ਦਰਖਤ ਹੋਵੇਗਾ, ਦਰਖਤ ਦੇ ਥੱਲੇ ਤੂੰ ਜਾ ਕੇ ਬੈਠ ਜੀ, ਤੇ ਫਿਰ ਤੈਨੂੰ ਆਨਸਰ ਮਿਲ ਜਾਏਗਾ। ਉਹ ਜਾ ਕੇ ਬੈਠ ਗਿਆ। ਕੀ ਹੋਇਆ, ਉੱਥੇ ਜਦੋਂ ਗਿਆ ਉਹਨੇ ਕੀ ਦੇਖਿਆ, ਇੱਕ ਕਾਂ ਬੈਠੇ ਸਨ, ਕਾਂ ਦਾ ਜੋੜਾ ਸੀ, ਇੱਕ ਪੈ ਸੀ ਕਾਂ ਦਾ। ਕਾਂ ਬੈਠੇ ਤੇ ਇਹਦੇ ਵੱਲ ਦੇਖ ਕੇ ਉਹ ਬਗਲੇ ਬਣ ਗਏ। ਦੇ ਚੇਂਜ ਇਨਟੂ ਬਗਲਾ। ਬਗਲਾ ਜਿਹੜਾ ਹੁੰਦਾ ਹੈ ਨਾ, ਚਿੱਟੇ ਰੰਗ ਦਾ ਹੁੰਦਾ ਹੈ, ਤੇ ਕਹਿੰਦੇ ਉਹ ਬਗਲਾ ਬਣ ਗਿਆ, ਜੋ ਜਿਹਨੂੰ ਕ੍ਰੇਨ ਵੀ ਕਹਿੰਦੇ ਆ ਮੇਰੇ ਖਿਆਲ। ਸੋ ਉਹ ਜਿਹੜੇ ਬਗਲੇ ਬਣ ਗਏ, ਇਹ ਦੇਖ ਕੇ ਮੁੜਿਆ, ਹੀ ਡਿਡਨਟ ਗੈਟ ਹਿਸ ਆਨਸਰ। ਮਹਾਰਾਜ ਨੂੰ ਪੁੱਛਣ ਲੱਗੇ, ਮਹਾਰਾਜ ਕੀ ਗੱਲ ਹੈ? ਮਹਾਰਾਜ ਕਹਿੰਦੇ ਕੋਈ ਨਹੀਂ, ਭਲਕੇ ਸਵੇਰੇ ਫਿਰ ਤੂੰ ਫੇਰ ਜਾਈਂ। ਉਹ ਭਲਕੇ ਸਵੇਰੇ ਫੇਰ ਗਿਆ। ਨਾਓ ਦੈਟ ਬਗਲਿਆਂ ਦਾ ਜਿਹੜਾ ਜੋੜਾ ਸੀਗਾ, ਦੇ ਲੁੱਕ ਐਟ ਹਿਮ, ਦੇ ਬਿਕਮ ਸਵਨਸ, ਉਹ ਸਵਨ ਬਣ ਗਏ। ਇਹ ਦੇਖ ਕੇ ਫੇਰ ਆ ਗਿਆ ਵਾਪਸ, ਕਹਿੰਦਾ ਵਾਟ ਬਿਗ ਡੀਲ ਹੈ ਨਾ। ਸੋ ਇਹ ਫੇਰ ਆ ਗਿਆ, ਮਹਾਰਾਜ ਨੂੰ ਆ ਕੇ ਦੱਸ ਦਿੱਤਾ। ਮਹਾਰਾਜ ਕਹਿੰਦੇ ਕੋਈ ਤੂੰ ਭਲਕੇ ਸਵੇਰੇ ਫੇਰ ਜਾਈਂ। ਤੀਜੇ ਦਿਨ ਉਹਨੂੰ ਫੇਰ ਭੇਜਿਆ। ਤੀਜੇ ਦਿਨ ਜਦੋਂ ਗਿਆ, ਉਹ ਬੈਠਿਆ ਉੱਥੇ ਜਾ ਕੇ, ਉਹ ਸਵਨ ਜਿਹੜੇ ਨੇ ਉਹ ਜਿਹੜੇ ਬਣ ਗਏ ਹਿਊਮਨ ਬਣ ਗਏ। ਤੇ ਇਹ ਦੇਖ ਕੇ ਹੈਰਾਨ ਹੋ ਗਿਆ। ਅੱਜ ਕਹਿੰਦਾ ਆ ਕੀ ਹੋ ਗਿਆ? ਇਹ ਤਾਂ ਪਹਿਲਾਂ ਕ੍ਰੋ ਸੀਗੇ, ਹਾਂਜੀ ਇਹ ਜਿਹੜੇ ਹਨ ਉਹ ਸੀਗੇ, ਫਿਰ ਇਹ ਕਿਵੇਂ ਚੇਂਜ ਹੋਏ, ਟਰਾਂਸਫਾਰਮ ਹੋਇਆ, ਬੰਦਾ ਬਣ ਗਏ। ਫਿਰ ਉਹਨੇ ਉਹਨਾਂ ਨੂੰ ਪੁੱਛਿਆ, ਕਹਿੰਦਾ ਵੀ ਭਾਈ ਤੁਸੀਂ ਕੌਣ ਹੋ? ਕਹਿੰਦੇ ਸਾਨੂੰ ਨਾ ਪਿਛਲੇ ਜਨਮਾਂ ਦਾ ਕੋਈ ਅਸੀਂ ਕਰਮ ਕੀਤਾ ਸੀ, ਸਾਨੂੰ ਇਹ ਜਿਹੜੀ ਹੈ ਕਾਂ ਦੀ ਜੂਨ ਮਿਲੀ ਸੀ। ਕਹਿੰਦੇ ਤੂੰ ਗੁਰੂ ਨਾਨਕ ਦੇ ਦਰਸ਼ਨ ਕਰਕੇ ਨਾ ਸਾਡੇ ਕੋਲ ਆਉਂਦਾ ਸੀ ਨਾ, ਤੇ ਅਸੀਂ ਤੇਰੇ ਦਰਸ਼ਨ ਕਰਦੇ ਸੀ ਨਾ, ਸੋ ਅਸੀਂ ਫਿਰ ਬਗਲੇ ਬਣੇ, ਹੰਸ ਬਣੇ। ਅੱਜ ਤੀਜੀ ਵਾਰ ਤੇਰੇ ਦਰਸ਼ਨ ਕਰਕੇ ਨਾ ਅਸੀਂ ਬੰਦੇ ਬਣ ਗਏ, ਸਾਡੀ ਜੂਨ ਕੱਟੀ ਗਈ। ਕਹਿੰਦੇ ਜਿਹੜੇ ਤੇਰੇ ਘਰ ਆਇਆ ਹੋਇਆ ਨਾ, ਕਹਿੰਦੇ ਉਹ ਕੋਈ ਘੱਟ ਨਹੀਂ, ਰੱਬ ਆਪ ਆਇਆ, ਪਰਮਾਤਮਾ ਆਪ ਤੇਰੇ ਘਰ ਵਿੱਚ ਆਇਆ, ਤੂੰ ਉਹਦੇ ਦਰਸ਼ਨ ਕਰਕੇ ਆਇਆ। ਤੇਰੇ ਦਰਸ਼ਨ ਅਸੀਂ ਕੀਤੇ ਤੇ ਅਸੀਂ ਵੀ ਨਿਹਾਲ ਹੋ ਗਏ। ਫਿਰ ਉਹਨਾਂ ਨੂੰ ਵਾਪਸ ਲੈ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ। ਦੇਖੋ ਮਹਾਰਾਜ ਜੀ ਐਸੇ ਹਨ। ਮਹਾਰਾਜ ਜੀ ਜਿਹੜੇ ਹਨ ਕ੍ਰੋ ਵਰਗੇ, ਜਿਹੜੇ ਮਾੜੇ ਬੰਦੇ ਨੇ, ਗੰਦਗੀ ਖਾਣ ਵਾਲੇ, ਨਿੰਦਿਆ ਕਰਨ ਵਾਲੇ, ਉਹਨਾਂ ਨੂੰ ਵੀ ਮਹਾਰਾਜ ਸੰਤ ਬਣਾ ਦਿੰਦੇ ਨੇ। ਮਹਾਰਾਜ ਜੀ ਵਿੱਚ ਐਸੀਆਂ ਜਿਹੜੀਆਂ ਬਰਕਤਾਂ ਹਨ, ਗੁਰੂ ਨਾਨਕ ਦੀ ਐਸੀ ਕੈਪੇਬਿਲਿਟੀ ਹੈ। ਭਾਈ ਗੁਰਦਾਸ ਜੀ ਇਹ ਸਮਝਾਉਂਦੇ ਹਨ, ਘੁੱਗੂ ਸੁੱਝ ਸੁਝਾਏਂਦਾ। ਸੋ ਜਿਹੜਾ ਘੁੱਗੂ ਹੁੰਦਾ ਹੈ, ਘੁੱਗੂ ਕੀ ਆ? ਉੱਲੂ, ਆਉਲ ਹਨਾ। ਸੋ ਜਿਹੜਾ ਘੁੱਗੂ ਆ, ਉਹ ਘੁੱਗੂ ਜਿਹੜਾ ਹੁੰਦਾ ਹੈ, ਕਹਿੰਦੇ ਉਹ ਅੱਖਾਂ ਬੰਦ ਕਰਕੇ ਰੱਖਦਾ ਨਾ, ਸੂਰਜ ਹੋਵੇ ਵੀ ਉਹਨੇ ਅੱਖਾਂ ਬੰਦ ਕਰਨੀਆਂ, ਸਵੇਰੇ ਲੁਕਿਆ ਰਹਿਣਾ, ਰਾਤ ਨੂੰ ਅੱਖਾਂ ਖੋਲ ਕੇ ਕਹਿੰਦਾ ਨੋ ਦੈਟਸ ਨੋ ਸਨ, ਦੈਟਸ ਨੈਵਰ ਸਨ, ਸਨ ਨੈਵਰ ਐਗਜ਼ਿਸਟ ਹਨੇ। ਉਹਨੇ ਕਹ ਕੇ ਖੋਲੀਆਂ ਰਾਤ ਨੂੰ ਅੱਖਾਂ, ਜੋ ਚਾਨਣ ਹੋਇਆ ਉਹਨੇ ਬੰਦ ਕਰ ਲੈਣੀ ਹੈ। ਸੋ ਕਹਿੰਦੇ ਇਹ ਜਿਹੜਾ ਘੁੱਗੂ ਹੁੰਦੇ ਹਨ ਨਾ, ਕਹਿੰਦੇ ਸੂਰਜ ਸੁਝਾਈਂਦਾ। ਕਈ ਐਸੇ ਵੀ ਘੁੱਗੂ ਲੋਕ ਹਨ ਜਿਹੜੇ ਰੱਬ ਨੂੰ ਨਹੀਂ ਦੇਖਦੇ, ਜਿਨ੍ਹਾਂ ਨੂੰ ਰੱਬ ਨਹੀਂ ਦਿਸਦਾ, ਰੱਬ ਦੀਆਂ ਬਰਕਤਾਂ ਨਹੀਂ ਦਿਸਦੀਆਂ। ਉਹ ਚੂਜ਼ ਕੀ ਕਰਦੇ ਨੇ? ਦੇ ਚੂਜ਼ ਟੂ ਬੀ ਇਗਨੋਰੈਂਟ। ਇਹ ਆਈ ਡਿਡਨਟ ਨੋ,
आई डिडंट नो, सब कुछ आई डोंट नो बाई आई डोंट नो इज़ नॉट द सोल्यूशन, आई डोंट नो इज़ नॉट द रीजन, है ना। सो महाराज ਤੁਹਾਨੂੰ ਜੇ ਤੁਸੀਂ ਧਰਮਰਾਜ ਕੋਲ ਅੱਜ ਜਾਓਗੇ ਨਾ, ਤੁਸੀਂ ਕਹੋਗੇ ਧਰਮਰਾਜ ਪੁੱਛੂਗਾ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ ਕੇ ਸਿੱਖੀ ਕਿਉਂ ਨਹੀਂ ਕਮਾਈ? ਮਿਸਟਰ ਧਰਮਰਾਜ ਵਿਦ ਆਲ ਡਿਊ ਰਿਸਪੈਕਟ, ਆਈ ਡਿਡੰਟ नो। ਧਰਮਰਾਜ ਤੁਹਾਨੂੰ ਇੱਕ ਹੀ ਗੱਲ ਪੁੱਛੂਗਾ, ਡਿਡ ਯੂ ਹੈਡ ਅ ਸਮਾਰਟਫੋਨ, ਡਿਡ ਯੂ ਹੈਡ ਐਨ ਆਈਪੈਡ, ਕੰਪਿਊਟਰ? ਕਹਿੰਦੇ ਯੈਸ। ਵਾਸ ਯੂ ਕਨੈਕਟਡ ਟੂ ਦ ਇੰਟਰਨੈਟ? ਯੈਸ। ਡੂ ਯੂ ਨੋ ਗੂਗਲ? ਯੈਸ। ਦੈਨ ਵਾਈ ਯੂ ਡੋਨਟ ਨੋ? ਫਿਰ ਤੁਸੀਂ ਕੀ ਜਵਾਬ ਦਿਓਗੇ, ਹੈ ਨਾ। ਉਹ ਸਮਿਆਂ 'ਚ ਤਾਂ ਆਪਾਂ ਕਹਿ ਸਕਦੇ ਹਾਂ ਵੀ ਮੈਨੂੰ ਕੋਈ ਬੰਦਾ ਨਹੀਂ ਮਿਲਿਆ, ਮੈਨੂੰ ਇਹ ਨਹੀਂ, ਮੈਨੂੰ ਉਹ ਨਹੀਂ, ਹੈ ਨਹੀਂ। ਹੁਣ ਤਾਂ ਸਭ ਕੁਝ ਹੈਗਾ, ਹੈ ਨਾ। ਜੇ ਤੁਸੀਂ ਕਹੋਗੇ ਮਾਈ ਏਰੀਆ ਆਈ ਡਿਡੰਟ ਹੈਵ ਐਨੀ ਗੁਰਦੁਆਰਾ, ਆਈ ਡਿਡੰਟ ਹੈਵ ਐਨੀ ਪ੍ਰਚਾਰਕ ਦਾ, ਆਈ ਡੋਂਟ ਨੋ, ਦੈਟਸ ਨੋਟ ਦ ਰੀਜ਼ਨ ਐਨੀ ਮੋਰ। ਉਹ ਤਾਂ ਹੋ ਹੀ ਨਹੀਂ ਸਕਦਾ ਹੁਣ, ਹੈ ਨਾ। ਸੋ ਇਹ ਗੱਲ ਜਿਹੜੀ ਹੈ, ਕਹਿੰਦੇ ਉਹ ਘੁੱਗੂ ਵਰਗਾ ਤੁਸੀਂ ਐਗਜ਼ਾਮਪਲ ਹੁਣ ਨਹੀਂ ਦੇ ਸਕਦੇ, ਦੈਟਸ ਗੋਨ, ਲੌਂਗ ਟਾਈਮ ਗੋਨ। ਇਉਂ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਹਿਪੋਕ੍ਰੇਟ ਸੀਗੇ, ਉਹਨਾਂ ਦਾ ਪਖੰਡ ਮਹਾਰਾਜ ਨੇ ਕੱਢਿਆ, ਉਹਨਾਂ ਦਾ ਪਖੰਡ ਜਿਹੜਾ ਉਹ ਜ਼ਾਹਰ ਕਰਕੇ ਉਹਨਾਂ ਨੂੰ ਜਿਹੜਾ ਸੁਧਾਰਿਆ ਮਹਾਰਾਜ ਨੇ। ਦੇਖੋ ਗੁਰੂ ਨਾਨਕ ਸਾਹਿਬ ਨੇ ਕਿੰਨਾ ਕੁਝ ਕੀਤਾ। ਸ਼ੰਖ ਮੋਤੀ ਚੂਰਾ। ਹਾਂ ਦੇਖੋ ਹੁਣ ਕਹਿੰਦੇ ਜਿਹੜਾ ਹੈ ਆਪਣਾ ਸੰਖ ਹੁੰਦਾ, ਜਿਹੜਾ ਆਪਣਾ ਸ਼ੈਲ ਵੀ ਕਹਿ ਦਈਏ ਤੇ ਉਹਨੂੰ ਜਿਹੜਾ ਹੋਰ ਕੀ ਕਹਿੰਦੇ ਅੰਗਰੇਜ਼ੀ 'ਚ, ਕੌਣ? ਹਾਂ ਕੌਂਚ, ਜਿਹੜਾ ਕੌਂਚ ਹੁੰਦਾ ਹੈ ਉਹ ਲੈ ਲਓ। ਕਹਿੰਦੇ ਮੋਤੀ ਚੂਰਾ, ਕਹਿੰਦੇ ਕੌਂਚ ਦੇ ਵਿੱਚੋਂ ਜਿਵੇਂ ਮੋਤੀ, ਕਹਿੰਦੇ ਮੋਤੀ ਮਹਾਰਾਜ ਬਣਾ ਦਿੰਦੇ ਨੇ ਉਹਨੂੰ, ਕੌਂਚ ਨੂੰ ਮੋਤੀ ਪੈਦਾ ਕਰਨ ਵਾਲਾ ਬਣਾ ਦਿੰਦੇ ਨੇ। ਉਹਨਾਂ ਨੂੰ ਜਿਹੜੇ ਖੋਖਲੇ ਬੰਦੇ ਨੇ, ਜਿਹੜੇ ਬੋਲੀ ਜਾਂਦੇ ਨੇ, ਇੱਥੋਂ ਖਾਲੀ ਨੇ, ਬੋਲਣਾ ਉਹਨਾਂ ਨੂੰ ਆਉਂਦਾ ਹੈ ਪਰ ਇੱਥੋਂ ਖਾਲੀ ਹੁੰਦੇ ਨੇ। ਸੋ ਦੈਟਸ ਦ ਫਰਸਟ ਰਿਕੁਆਇਰਮੈਂਟ ਟੂ ਬੀ ਅ ਪੋਲੀਟੀਸ਼ੀਅਨ, ਯੂ ਡੋਂਟ ਨੀਡ ਦਿਸ, ਯੂ ਨੀਡ ਦਿਸ, ਓਕੇ। ਮੂੰਹ ਚਾਹੀਦਾ, ਜ਼ਬਾਨ ਚਾਹੀਦੀ ਤੁਹਾਡੇ ਕੋਲ, ਤੁਹਾਨੂੰ ਦਿਮਾਗ ਨਹੀਂ ਚਾਹੀਦਾ। ਜੇ ਦਿਮਾਗ ਹੋਊਗਾ ਤੁਸੀਂ ਪੋਲੀਟੀਸ਼ੀਅਨ ਨਹੀਂ ਬਣ ਸਕਦੇ, ਰਾਈਟ। ਸੋ ਇਹ ਜਿਹੜਾ ਮੈਨੂੰ ਤਾਂ ਲੱਗਦਾ ਮੈਂਡੇਟਰੀ ਰਿਕੁਆਇਰਮੈਂਟ ਹੈ, ਹਾਂਜੀ। ਸੋ ਜਿਹੜਾ ਹੈ ਐਸਾ ਜਿਹੜੇ ਲੋਕ ਨੇ ਮਹਾਰਾਜ ਜੀ ਉਹਨਾਂ ਦੇ ਅੰਦਰ ਮੋਤੀ ਰੂਪ ਗਿਆਨ ਨੂੰ ਪੈਦਾ ਕਰਦੇ ਨੇ, ਉਹਨਾਂ ਦੇ ਅੰਦਰ ਗਿਆਨ ਨੂੰ ਪੈਦਾ ਕਰਕੇ ਉਹਨਾਂ ਨੂੰ ਸਿੱਧੇ ਰਸਤੇ ਪਾਉਂਦੇ ਨੇ। ਜਿਹੜੇ ਲੋਕ ਸੋਚਦੇ ਨੇ ਮੇਰੇ ਕੋਲ ਰਾਜ ਹੈ, ਨਾਓ ਆਈ ਕੈਨ ਟਾਰਚਰ ਪੀਪਲ, ਨਾਓ ਪੀਪਲ ਹੈਵ ਟੂ ਬਾਓ ਟੂ ਮੀ, ਡੋਂਟ ਬਾਓ ਆਈ ਵਿਲ ਕਿਲ ਦੈਮ, ਇਹ ਜਿਹਾ ਸੋਚਣੀ ਵਾਲੇ ਬੰਦਿਆਂ ਨੂੰ ਮਹਾਰਾਜ ਸਿੱਧੇ ਕਰ ਦਿੰਦੇ ਨੇ। ਜਿਵੇਂ ਬਾਬਰ ਸੀਗਾ ਨਾ, ਬਾਬਰ ਨੇ ਜਾ ਕੇ ਇਮਨਾਬਾਦ ਤੇ ਦੇਖੋ ਕਿੱਡਾ ਉਹਨੇ ਕਹਿਰ ਵਰਤਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਫੜ ਕੇ ਲੈ ਗਏ। ਮਹਾਰਾਜ ਨੂੰ ਜਿਹੜਾ ਹੈ ਇੱਕ ਘੋੜੀ ਸੀਗੀ ਉੱਥੇ, ਅੜੀਅਲ ਜੀ ਘੋੜੀ, ਉਹ ਭਾਈ ਮਰਦਾਨੇ ਨੂੰ ਫੜਾ ਦਿੱਤੀ, ਕਹਿੰਦੇ ਤੂੰ ਚੱਲ ਉਹਨੂੰ। ਮਹਾਰਾਜ ਨੂੰ ਅਰੈਸਟ ਕਰ ਲਿਆ, ਗੁਰੂ ਨਾਨਕ ਵਾਸ ਅਰੈਸਟਡ ਵਨਸ, ਹੈ ਨਾ, ਆਫੀਸ਼ੀਅਲੀ ਬਾਈ ਬਾਬਰ, ਹਾਂਜੀ। ਸੋ ਮਹਾਰਾਜ ਨੂੰ ਇੱਕ ਬੋਝਾ ਦੇਤਾ, ਕਹਿੰਦੇ ਆ ਤੂੰ ਭਾਰ ਚੱਕ, ਲੁੱਟਿਆ ਸਮਾਨ ਲੋਕਾਂ ਦਾ ਤੇ ਗੁਰੂ ਨਾਨਕ ਨੂੰ ਚੁਕਾਤਾ, ਹਾਂਜੀ। ਸੋ ਉਹਨੇ ਬੋਝਾ ਉੱਤੇ ਰੱਖਿਆ, ਬੋਝਾ ਵਾਸ ਲਾਈਕ ਵਨ, ਜਿਹੜਾ ਇੱਕ ਗਿੱਠ ਉੱਤੇ ਰਿਹਾ ਮਹਾਰਾਜ ਦੇ ਸਿਰ ਤੇ, ਉਹ ਫਲੋਟਿੰਗ ਹੁੰਦਾ ਆ ਰਿਹਾ ਸੀ। ਗੁਰੂ ਨਾਨਕ ਸਾਹਿਬ ਜੀ ਤੁਰਦੇ ਹੀ ਜਾਂਦੇ, ਉਹ ਜਿਹੜਾ ਉਹ ਬੋਝਾ ਸੀ ਉਹ ਐ ਫਲੋਟ ਹੁੰਦਾ ਆਵੇ। ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ ਆਪਾਂ ਕੀਰਤਨ ਕਰੀਏ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਇਹ ਘੋੜੀ ਫੜਾਈ ਹੋਈ ਆ, ਮੈਂ ਖਿੱਚ ਕੇ ਲੈ ਕੇ ਆ ਰਿਹਾ ਹੈ, ਇਹਨੂੰ ਮੈਂ ਛੱਡਦਾ ਨਹੀਂ ਤਾਂ ਭੱਜ ਜਾਣਾ ਤੇ ਇਹਨਾਂ ਨੇ ਮਾਰ ਦੇਣਾ ਆਪਾਂ ਨੂੰ। ਮਹਾਰਾਜ ਕਹਿੰਦੇ ਕੋਈ ਨਹੀਂ, ਕਹਿੰਦੇ ਤੂੰ ਆਪਣੀ ਰਬਾਬ ਸੰਭਾਲ, ਕੀਰਤਨ ਕਰ, ਇਹ ਘੋੜੀ ਆਪਣੇ ਆਪ ਪਿੱਛੇ ਆਏਗੀ। ਉਹ ਘੋੜੀ ਆਪਣੇ ਆਪ ਪਿੱਛੇ ਆਏਗੀ। ਮਹਾਰਾਜ ਕੀਰਤਨ ਕਰਦੇ ਗਏ, ਬੋਝਾ ਉੱਤੇ ਉੱਡਦਾ ਗਿਆ। ਮਹਾਰਾਜ ਨੂੰ ਜਾ ਕੇ ਜੇਲ੍ਹ 'ਚ ਵਾੜ ਦਿੱਤਾ। ਉੱਥੇ ਬਹੁਤ ਸਾਰੇ ਲੋਕ ਸੀਗੇ ਇਮਨਾਬਾਦ ਦੇ। ਸੋ ਮਹਾਰਾਜ ਨੇ ਜਦੋਂ ਤੋਂ ਬੈਠੇ, ਮਹਾਰਾਜ ਨੂੰ ਇੱਕ ਲਿਆ ਕੇ ਉਹਨਾਂ ਚੱਕੀ ਰੱਖ ਦਿੱਤੀ ਮੂਹਰੇ, ਚੱਕੀ, ਉਹਨੂੰ ਚੱਕੀ ਰਾਈਟ, ਹਾਂ। ਸੋ ਚੱਕੀ ਜਿਹੜੀ ਗ੍ਰਾਈਂਡਰ ਹੈ ਉਹ ਲਿਆ ਕੇ ਮੂਹਰੇ ਰੱਖ ਦਿੱਤੀ, ਦਾਣੇ ਲਿਆ ਕੇ ਰੱਖਤੇ, ਕਹਿੰਦੇ ਇਹਨੂੰ ਤੁਸੀਂ ਪੀਸਣਾ ਹੈ। ਮਹਾਰਾਜ ਨੇ ਉੱਥੇ 7 ਕਰਤਾਰ ਕਿਹਾ, ਉਹ ਆਪਣੇ ਆਪ ਘੁੰਮਣ ਲੱਗ ਗਈ। ਮਹਾਰਾਜ ਜੀ ਬੈਠੇ ਰਿਲੈਕਸ, ਤੇ ਮਹਾਰਾਜ ਦਾਣੇ ਪਾ ਰਹੇ ਆ, ਲੈ ਵਾਹਿਗੁਰੂ ਵਾਹਿਗੁਰੂ ਕਰ ਰਹੇ ਆ, ਉਹਦੇ ਦਾਣੇ ਦਾਣੇ ਪਾ ਕੇ ਉਹ ਘੁੰਮੀ ਜਾਂਦੀ ਆ ਆਪਣੇ ਆਪ। ਸੋ ਉਹਨਾਂ ਨੇ ਸੋਚਿਆ ਦੈਟ ਵਾਸ ਦ ਫਰਸਟ ਮੋਟੋ ਇਨ ਦ ਵਰਲਡ। ਮੋਟੋ ਕਨਸੈਪਟ ਜਿਹੜਾ ਆਇਆ ਹੈ ਦੁਨੀਆ 'ਚ, ਉੱਥੋਂ ਹੀ ਆਇਆ ਨਾ। ਹੁਣ ਲੋਕਾਂ ਨੂੰ ਕੀ ਪਤਾ ਸੀ ਵੀ ਕਿਵੇਂ ਗ੍ਰਾਈਂਡ ਕਰੀਦਾ ਮੋਟੋ, ਤਾਂ ਫਿਰ ਉਹਨਾਂ ਨੂੰ ਉੱਥੋਂ ਆਈਡੀਆ ਮਿਲਿਆ ਨਾ। ਮਹਾਰਾਜ ਨੇ ਉਹ ਚੱਕੀ ਘੁਮਾਤੀ ਇਸੇ ਤਰ੍ਹਾਂ ਹੀ। ਸੋ ਕੀ ਹੋਇਆ ਜੀ, ਉੱਥੋਂ ਸਾਰਾ ਚੱਲ ਪਿਆ। ਫਿਰ ਉਹ ਲੋਕਾਂ ਨੇ ਦੇਖ ਕੇ ਜੇ ਬਾਬਰ ਨੂੰ ਦੱਸਿਆ, ਬਾਬਰ ਆਪ ਭੱਜਿਆ ਆਇਆ, ਬਾਬਰ ਆਪ ਆਇਆ ਭੱਜਿਆ, ਮਹਾਰਾਜ ਦੇ ਆ ਕੇ ਚਰਨੀ ਪਿਆ ਸੀ। ਬਾਬਰ ਨੇ ਸਾਰੀ ਦੁਨੀਆ ਨੂੰ ਲੁੱਟ ਲਿਆ, ਉਹਨੇ ਹਿੰਦੁਸਤਾਨ ਨੂੰ ਜਿੱਤ ਲਿਆ, ਪਰ ਆ ਕੇ ਗੁਰੂ ਨਾਨਕ ਦੇ ਕਦਮਾਂ ਤੇ ਉਹਨੇ ਮੱਥਾ ਟੇਕਿਆ, ਕਹਿੰਦਾ ਵੀ ਮੈਨੂੰ ਮਾਫ ਕਰ ਦਿਓ, ਮੇਰੇ ਬੰਦਿਆਂ ਨੂੰ ਪਤਾ ਨਹੀਂ ਸੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮੇਰੀ ਬੇਨਤੀ ਹੈ ਕਿ ਮੇਰਾ ਰਾਜ ਹੋ ਜਾਵੇ। ਮਹਾਰਾਜ ਨੇ ਇੱਕੋ ਗੱਲ ਕਹੀ। ਫਿਰ ਉਹਨੇ ਜਿਹੜਾ ਬੇਨਤੀ ਕਰਨ ਸਮੇਂ ਨਾ, ਮੁਸਲਮਾਨ ਜਿਹੜੇ ਲੋਕ ਹੁੰਦੇ ਨੇ, ਤੁਰਕ ਜਿਹੜੇ ਇਹ ਲੋਕ ਨੇ, ਇਹ ਕੀ ਕਰਦੇ, ਭੰਗ ਲੈ ਕੇ ਆਉਂਦੇ ਨੇ। ਭੰਗ ਇਜ਼ ਲਾਈਕ ਸਮਥਿੰਗ ਵੈਰੀ ਪਿਓਰ ਫॉर ਦੈਮ। ਇਹ ਭੰਗ ਲੈ ਕੇ ਆਇਆ ਕਥਾਲ 'ਚ, ਕਿਉਂਕਿ ਜਿਹੜੇ ਆਪਣੇ ਸੂਫੀ ਲੋਕ ਨੇ ਨਾ, ਉਹ ਭੰਗ ਨੂੰ ਜਿਹੜਾ ਇੱਕ ਪ੍ਰਸ਼ਾਦ ਸਮਝਦੇ ਨੇ। ਸੋ ਉਹ ਥਾਲ ਲੈ ਕੇ ਆਇਆ ਤੇ ਥਾਲ ਲਿਆ ਕੇ ਭੰਗ ਦਾ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਭੰਗ ਨੂੰ ਹੱਥ ਨਹੀਂ ਲਾਉਂਦੇ। ਸੋ ਉਹਨੇ ਕੀ ਕੀਤਾ, ਉਹਨੇ ਜਿਹੜਾ ਹੈ 7 ਮੁੱਠੀਆਂ ਕੱਢ ਕੇ ਨਾ ਇੱਕ ਕੱਪੜੇ 'ਚ ਪਵਾਈਆਂ। ਉਹਨੇ 7 ਮੁੱਠੀਆਂ ਕੱਢ ਕੇ ਤੇ ਉਹ ਕੱਪੜੇ ਪਾ ਕੇ ਬੰਨ੍ਹ ਕੇ ਮਹਾਰਾਜ ਨੂੰ ਦੇਣ ਲੱਗਿਆ ਨਾ। ਮਹਾਰਾਜ ਕਹਿੰਦੇ ਤੂੰ ਮੈਨੂੰ 7 ਮੁੱਠੀਆਂ ਇਹ ਦਿੱਤਾ ਭੰਗ ਦੀਆਂ, ਤੇਰਾ ਰਾਜ 7 ਜਨਰੇਸ਼ਨ ਤੱਕ ਰਹੇਗਾ।
ਤਾਂ ਹੀ ਉਸ ਤੋਂ ਬਾਅਦ ਉਹ ਰਾਜ ਖਤਮ ਹੋ ਗਿਆ। ਮਹਾਰਾਜ ਨੇ ਪਹਿਲਾਂ ਹੀ ਉਹਨੂੰ ਦੱਸ ਦਿੱਤਾ ਵੀ 7 ਜਨਰੇਸ਼ਨ ਤੱਕ ਰਹੇਗਾ, ਬਟ ਤੁਹਾਨੂੰ ਜੇ ਤੂੰ ਇਨਜਸਟਿਸ ਕਰੇਗਾ ਤੇਰਾ ਰਾਜ ਖਤਮ ਹੈ, ਜਸਟਿਸ ਵਿੱਚ ਤੇਰਾ ਰਾਜ ਰਹੇਗਾ। ਸੋ ਮਹਾਰਾਜ ਨੇ ਉਹਨੂੰ ਉਹ ਵਰ ਦੇ ਕੇ ਫਿਰ ਉਹਨੂੰ ਰਾਜ ਮਿਲਿਆ। ਦੇਖੋ ਮਹਾਰਾਜ ਐਸੇ ਨੇ, ਕਹਿੰਦੇ ਇੱਥੋਂ ਜਿਹੜਾ ਹੈ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਬਾਬਰ ਨੂੰ ਵੀ ਜਿਹੜਾ ਹੈ ਉਪਦੇਸ਼ ਦਿੱਤਾ, ਬਾਬਰ ਨੂੰ ਵੀ ਜਿਹੜਾ ਕਿਹਾ ਤੂੰ ਜਿਹੜਾ ਹੈ ਨਿਆਂ ਦਾ ਰਾਜ ਕਰ। ਫਿਰ ਗੁਰੂ ਨਾਨਕ ਨੇ ਕੀ ਕਿਹਾ, ਕਹਿੰਦੇ ਇਹ ਬੰਦੇ ਜਿਹੜੇ ਜੇਲ੍ਹ 'ਚ ਪਾਏ ਆ ਇਹਨਾਂ ਨੂੰ ਸਾਰਿਆਂ ਨੂੰ ਕੱਢ। ਸੈਕੰਡ ਥਿੰਗ ਗੁਰੂ ਨਾਨਕ ਟੋਲ ਹਿਮ, ਯੂ ਨੋ ਵਾਟ, ਕਹਿੰਦੇ ਜਿੰਨਾ ਤੂੰ ਸਮਾਨ ਲੁੱਟਿਆ ਹੈ ਨਾ ਸਾਰਿਆਂ ਨੂੰ ਵਾਪਸ ਦੇ। ਜਿਹੜੇ ਜਿਹੜੇ ਘਰ 'ਚੋਂ ਕਿਹੜਾ ਕਿਹੜਾ ਸਮਾਨ ਆਇਆ ਹੈ ਤੂੰ ਦੇਣਾ। ਕਹਿੰਦਾ ਮੈਨੂੰ ਪਤਾ ਹੀ ਲੱਗਣਾ ਮਹਾਰਾਜ ਕਹਿੰਦੇ ਤੇ ਇਕੱਠਾ ਕਰ ਦੇ, ਲੈਟ them see and take whatever is theirs। ਉਹ ਸਾਰਾ ਸਮਾਨ ਵਾਪਸ ਲੋਕਾਂ ਨੂੰ ਦਿੱਤਾ। ਸੋ ਗੁਰੂ ਨਾਨਕ ਐਸੇ ਨੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਵੇਦ ਕਤੇਬੋਂ ਬਾਹਰਾ। ਦੇਖੋ ਉਹ ਪਰਮੇਸ਼ਰ ਜਿਹੜਾ ਵੇਦਾਂ ਕਿਤਾਬਾਂ ਤੋਂ ਬਾਹਰ ਹੈ, ਜਿਹੜਾ ਵੇਦਾਂ ਕਿਤਾਬਾਂ ਦੇ ਨਾਲ ਪ੍ਰਾਪਤ ਨਹੀਂ ਹੁੰਦਾ ਉਹ ਪਰਮਾਤਮਾ ਇਹਨਾਂ ਤੋਂ ਉੱਤੇ ਨੇ, ਇਹਨਾਂ ਦੇ ਗਿਆਨ ਤੋਂ ਉੱਤੇ ਨੇ ਪਰਮਾਤਮਾ। ਕਹਿੰਦੇ ਜਿਨ੍ਹਾਂ ਦੁਨੀਆ ਦੇ ਗਿਆਨ ਤੋਂ ਪਰਮੇਸ਼ਰ ਤਾਂ ਪਰੇ ਹੀ ਆ ਨਾ। ਕਹਿੰਦੇ ਇਹ ਜਿਹੜਾ ਹਨ ਵੇਦਾਂ ਕਿਤਾਬਾਂ ਤੋਂ ਜਿਹੜਾ ਪਰੇ ਸਰੂਪ ਹੈ ਪਰਮਾਤਮਾ ਦਾ, ਗੁਰ ਸ਼ਬਦ ਹਜੂਰਾ, ਉਹਨੂੰ ਮਹਾਰਾਜ ਨੇ ਪ੍ਰਗਟ ਕਰਤਾ ਗੁਰ ਸ਼ਬਦ ਦੇ ਵਿੱਚ। ਦੇਖੋ ਇਹ ਆ ਬਰਕਤ ਗੁਰਬਾਣੀ ਦੀ। ਵਾਈ ਗੁਰਬਾਣੀ ਇਜ਼ ਸੁਪੀਰੀਅਰ। ਦੇਖੋ ਭਾਈ ਗੁਰਦਾਸ ਨੇ ਵੈਰੀ ਕਲੀਅਰਲੀ ਲਿਖ ਦਿੱਤਾ, ਵੇਦ ਕਿਤਾਬੋਂ ਬਾਹਰਾ, ਜਿਹੜਾ ਪਰਮਾਤਮਾ ਵੇਦਾਂ ਕਿਤਾਬਾਂ ਤੋਂ ਪਰੇ ਹੈ ਉਹ ਸਰੂਪ ਨੂੰ ਗੁਰੂ ਨਾਨਕ ਨੇ ਸ਼ਬਦ ਦੇ ਵਿੱਚ ਜਿਹੜਾ ਹਨ ਪ੍ਰਗਟ ਕਰ ਦਿੱਤਾ। ਇਸ ਕਰਕੇ ਗੁਰਬਾਣੀ ਇਜ਼ ਸੁਪੀਰੀਅਰ ਹੈ, ਇਜ਼ ਫॉर द ਮੈਨਕਾਈਂਡ। ਉਹ ਤਾਂ ਪਰਮਾਤਮਾ ਦਾ ਆਪਣਾ ਸਰੂਪ ਹੈ। ਉਹ ਸਰੂਪ ਜਿਹੜਾ ਹਿਡਨ ਰਿਹਾ ਹੈ ਦੁਨੀਆ ਤੇ ਉਹਨੂੰ ਪ੍ਰਗਟ ਕੀਤਾ ਆ ਕੇ ਗੁਰੂ ਨਾਨਕ ਨੇ। ਬਿਕੋਜ਼ ਓਨਲੀ ਗੋਡ ਕੈਨ ਜਿਹੜਾ ਹਨ ਮੇਕ ਹਿਮਸੈਲਫ ਓਬਵੀਅਸ। ਇਹ ਪਰਮਾਤਮਾ 'ਚ ਇਹ ਸ਼ਕਤੀ ਹੈ, ਪਰਮਾਤਮਾ ਆਪਣੇ ਆਪ ਨੂੰ ਪ੍ਰਗਟ ਕਰਦਾ। ਸੋ ਮਹਾਰਾਜ ਨੇ ਆਪਣੇ ਆਪ ਨੂੰ ਸ਼ਬਦ ਵਿੱਚ ਵੀ ਪ੍ਰਗਟ ਕੀਤਾ। ਇਸ ਕਰਕੇ ਗੁਰਬਾਣੀ ਇਜ਼ ਨਾਟ ਓਨਲੀ ਅ ਟੈਕਸਟ। ਉਹਨੂੰ ਟੈਕਸਟ ਨਾ ਕਿਤੇ ਵੀ ਸਮਝਿਓ, ਉਹ ਤਾਂ ਪਰਮਾਤਮਾ ਦਾ ਸਰੂਪ ਹੈ, ਉਹ ਪਰਮਾਤਮਾ ਆਪ ਹੈ। ਸੋ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਹ ਗੁਰੂ ਦੀ ਹੱਟੀ ਹੈ। ਇੱਥੋਂ ਗੁਰੂ ਦਾ ਜਿਹੜਾ ਹਨ ਗੁਰੂ ਦੀ ਬਖਸ਼ਿਸ਼ ਇਸ ਤਰ੍ਹਾਂ ਪ੍ਰਾਪਤ ਹੁੰਦੀ ਹੈ। ਘੁੱਗੂ ਸੁੱਜ ਸੁਝਾਏਂਦਾ, ਸੰਖ ਮੋਤੀ ਚੂਰਾ, ਵੇਦ ਕਤੇਬੋਂ ਬਾਹਰਾ, ਗੁਰ ਸ਼ਬਦ ਹਜੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।